ਕੀ ਲੱਗਦਾ ਗੁਰੂ ਦੀ ਨਗਰੀ ਕਿੱਥੇ ਕੀ ਪਛੜ ਗਈ ਸੀ ਜੀ? ਟੂਰਿਸਟ ਫਰੈਂਡਲੀ ਸਿਟੀ ਨਹੀਂ ਹੈ ਅੰਮ੍ਰਿਤਸਰ। ਬੜੀ ਮਾੜੀ ਕਿਸਮਤ ਹੈ ਸਾਡੀ ਕਿ ਅਸੀਂ ਇਲੀਗਲ ਕਾਲਜਿਸ ਨੂੰ ਪਹਿਲਾਂ ਡਿਵੈਲਪ ਹੋਣ ਦਿੰਦੇ ਹਾਂ, ਲੋਕਾਂ ਨੂੰ ਪਲਾਟ ਲੈਣ ਦਿੰਦੇ ਹਾਂ। ਪਾਕਿਸਤਾਨ ਦੇ ਨਾਲ ਜੇ ਬਾਰਡਰ ਖੁੱਲ ਜਾਂਦੇ ਕਿ ਤੇ ਸਾਡੇ ਪੰਜਾਬ ਅੰਮ੍ਰਿਤਸਰ ਕੀ ਪੰਜਾਬ ਦਾ ਜਿਹੜਾ ਨਕਸ਼ਾ ਬਦਲ ਜਾਏਗਾ ਜੀ। ਮਸ਼ਹੂਰ ਸੀਗਾ ਕਿ ਫਾਈਲ ਹਿਲਦੀ ਨਹੀਂ ਸੀਗੀ। ਹੁਣ ਤੁਸੀਂ ਕਹੋ ਮੈਂ ਸ਼ਰੀਫ ਹਾਂ ਔਰ ਤੁਸੀਂ ਫਾਈਲ ਨਾ ਹਲਾਓ ਤੇ ਕੀ ਹੋਏਗਾ? ਪਰ ਉਹ ਕਹਿੰਦੇ ਕਿ ਸ਼ਹਿਰ ਸੁਧਾਰ ਲਓ, ਹੈਲਥ ਅਸੀਂ ਸੁਧਾਰ ਲਾਂਗੇ। ਕੋਈ ਹੈ ਕਿ ਜੇ ਹੈਲਥ ਮਿਲ ਜਾਂਦੀ ਤੇ ਹੋਰ ਵਧੀਆ ਹੋ ਜਾਂਦਾ ਜੀ। ਬਹੁਤ ਸਾਰੇ ਤੁਹਾਡੇ ਮੰਤਰੀ ਜਾਂ ਐਮਐਲਏ ਕਿ ਪਿਛਲੀਆਂ ਸਰਕਾਰਾਂ ਨੇ ਬੜੀਆਂ ਗੜਬੜੀਆਂ ਕੀਤੀਆਂ ਮਹਿਕਮੇ ਦੇ ਵਿੱਚ। ਜਾ ਕੇ ਪਹਿਲਾਂ ਡਿਵੈਲਪਮੈਂਟ ਸ਼ੁਰੂ ਕਰੋਗੇ, ਫਾਈਲਾਂ ਚੈੱਕ ਕਰਾਂਗੇ, ਜਿਹੜੀਆਂ ਪਿਛਲੀਆਂ ਗੜਬੜੀਆਂ ਪਹਿਲਾਂ ਉਹਨਾਂ ਨੂੰ ਕਾਬੂ ਕੀਤਾ ਜਾਵੇ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ। ਆਪਾਂ ਜੀ ਦੋਨੋਂ ਕੰਮ ਨਾਲ ਨਾਲ ਚੱਲਦੇ ਆ। ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ, ਉਹਨਾਂ ਨੂੰ ਵਿਭਾਗ ਵੀ ਸੌਂਪ ਦਿੱਤੇ ਨੇ। ਤੇ ਇਸ ਸਮੇਂ ਸਾਡੇ ਨਾਲ ਪੰਜਾਬ ਦੇ ਨਵੇਂ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ, ਜਿਨ੍ਹਾਂ ਨੂੰ ਜ਼ਿੰਮੇਵਾਰੀ ਲੋਕਲ ਬਾਡੀ ਦਿੱਤੀ ਗਈ ਆ, ਉਹਨਾਂ ਦੇ ਨਾਲ ਗੱਲਬਾਤ ਕਰੇ। ਡਾਕਟਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਪੰਜਾਬ ਮੰਤਰੀ ਮੰਡਲ ਦਾ ਹਿੱਸਾ ਬਣਨ ਦੀ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਕੀ ਲੱਗਦਾ ਜ਼ਿੰਮੇਵਾਰੀ ਬਹੁਤ ਵੱਡੀ ਮਿਲ ਗਈ ਹੈਗੀ ਜੀ? ਕੋਈ ਗੱਲ ਨਹੀਂ ਜੀ, ਜੋ ਪਰਮਾਤਮਾ ਜ਼ਿੰਮੇਵਾਰੀ ਦਿੰਦਾ ਤੇ ਉਹ ਫਿਰ ਮੋਢਿਆਂ 'ਚ ਤਾਕਤ ਵੀ ਉਹ ਨਹੀਂ ਦਿੰਦਾ ਚੱਲਣ ਵਾਲੀ। ਸੋ ਗੁਰੂ ਰਾਮਦਾਸ ਦੀ ਨਗਰੀ ਤੋਂ ਮੈਂ ਆਉਣਾ ਆ ਔਰ ਮੈਨੂੰ ਗੁਰੂ ਰਾਮਦਾਸ ਦੀ ਨਗਰੀ 'ਤੇ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਬਹੁਤ ਕੁਛ ਕਰ ਸਕਾਂਗੇ। ਸਿਰਫ ਅੰਮ੍ਰਿਤਸਰ ਵਾਸਤੇ ਨਹੀਂ, ਅਸੀਂ ਪੂਰੇ ਪੰਜਾਬ ਵਾਸਤੇ ਬਹੁਤ ਕੁਛ ਕਰ ਸਕਾਂਗੇ। ਸਰ ਜਿਹੜਾ ਲੋਕਲ ਬਾਡੀ ਜ਼ਿੰਮੇਵਾਰੀ ਮਿਲੀ ਆ, ਉਹ ਗੌਰਮੈਂਟ ਵਿਦਿਨ ਦਾ ਗੌਰਮੈਂਟ ਆ ਕਿ ਬਹੁਤ ਵੱਡਾ ਤੁਸੀਂ ਕੰਮ ਕਰ ਸਕਦੇ, ਬਹੁਤ ਵੱਡਾ ਇਨਫਰਾਸਟ੍ਰਕਚਰ ਆ, ਬਹੁਤ ਵੱਡੇ ਪੈਸੇ ਦੀ ਵੀ ਕੋਈ ਘਾਟ ਨਹੀਂ ਆਏਗੀ। ਕੀ ਲੱਗਦਾ ਗੁਰੂ ਦੀ ਨਗਰੀ ਕਿੱਥੇ ਕੀ ਪਛੜ ਗਈ ਸੀ ਜੀ? ਲੋਕੀ ਬਹੁਤ ਦੁਖੀ ਨੇ, ਟ੍ਰੈਫਿਕ ਤੋਂ ਬਹੁਤ ਦੁਖੀ ਨੇ, ਐਨਕਰੋਚਮੈਂਟ ਤੋਂ ਬਹੁਤ ਦੁਖੀ ਨੇ, ਸਫਾਈ ਨਹੀਂ ਹੈ, ਸੀਵਰ ਨਹੀਂ ਖੁੱਲ੍ਹੇ ਹੋਏ, ਪਾਣੀ ਸਾਫ਼ ਨਹੀਂ ਆ ਰਿਹਾ। ਹਾਲਾਂਕਿ ਹੌਲੀ ਹੌਲੀ ਪ੍ਰੋਗਰੈਸ ਚੱਲ ਰਹੀ ਹੈ, ਲੇਕਿਨ ਜੇ ਸਪੀਡ ਨਾਲ ਚੱਲਣੀ ਚਾਹੀਦੀ ਹੈ ਉਹ ਸਪੀਡ ਨਾਲ ਹੈ ਨਹੀਂ ਹੈ। ਮਤਲਬ ਟੂਰਿਸਟ ਫਰੈਂਡਲੀ ਸਿਟੀ ਨਹੀਂ ਹੈ ਅੰਮ੍ਰਿਤਸਰ। ਸਨੈਚਿੰਗਸ ਹੁੰਦੀਆਂ ਨੇ ਅਤੇ ਇਹ ਸਾਰਾ ਕੁਛ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਥੋੜ੍ਹਾ ਟਾਈਮ ਲੱਗ ਜਾਂਦਾ ਔਰ ਇਹ ਪਾਵਰ ਮਿਲਣ ਦੇ ਨਾਲ ਡੈਫੀਨੇਟਲੀ ਸਾਨੂੰ ਬੜਾ ਵਾਧਾ ਹੋਏਗਾ। ਫੋਰ ਐਗਜ਼ਾਮਪਲ ਮੇਰਾ ਗ੍ਰੀਨਿੰਗ ਬਹੁਤ ਸ਼ੌਕ ਹੈ। ਮੈਂ ਆਪਣੇ ਹੱਥੀਂ ਬਹੁਤ ਰੁੱਖ ਲਾਏ, ਕਦੇ ਅੰਮ੍ਰਿਤਸਰ ਹੋ ਕੇ ਤੁਹਾਨੂੰ ਦਿਖਾਊਂਗਾ ਜਿਹੜੇ ਮੈਂ ਬਾਗ ਆਪ ਲਾਏ ਨੇ। ਅਤੇ ਹੁਣ ਮੈਨੂੰ ਜਦੋਂ ਮਿਨਿਸਟਰੀ ਮਿਲੀ ਹੈ ਅਤੇ ਮੇਰੇ ਕੰਟਰੋਲ 'ਚ ਆ ਗਿਆ ਮੇਕ ਸ਼ੋਰ ਕਿ ਜਿੰਨੇ ਸ਼ਹਿਰ ਨੇ ਕਿਤੇ ਕੋਈ ਖਾਲੀ ਜਗ੍ਹਾ ਨਾ ਰਹਿ ਜਾਏ। ਜਿਸ ਤਰ੍ਹਾਂ ਖਾਲੀ ਪਲਾਟ ਪਏ ਹੁੰਦੇ ਨਾ, ਗੋਲ ਤਾਰੇ ਸਰਕਲ ਜਿਹੜੇ ਹੁੰਦੇ ਨੇ, ਟ੍ਰੈਫਿਕ ਰਾਊਂਡ ਅਬਾਊਟਸ ਜਾਂ ਟ੍ਰੈਫਿਕ ਟਰਾਇੰਗਲਸ, ਇਹ ਸੋਹਣੇ ਡੈਕੋਰੇਟ ਕੀਤੇ ਹੋਣ, ਲਾਈਟਾਂ ਲਾ ਕੇ ਨਹੀਂ, ਬੂਟੇ ਲਾ ਕੇ। ਸੋ ਸ਼ਰਬਰੀ ਲਾਵਾਂਗੇ ਖੂਬ ਸਾਰੀ, ਜਿਵੇਂ ਬਾਹਰਲੀ ਕੰਟਰੀਜ਼ ਹੁੰਦਾ, ਤਾਂ ਕਿ ਗੁਰੂ ਦੀ ਨਗਰੀ 'ਚ ਚੰਡੀਗੜ੍ਹ ਦਾ ਲਿਸ਼ਕਾਰਾ ਪਊਗਾ। ਹਾਂਜੀ, ਥੋੜ੍ਹੀ ਸਾਡੀ ਮਾੜੀ ਕਿਸਮਤ ਹੈ ਕਿ ਗਲੀਆਂ ਤੰਗ ਨੇ, ਜਗ੍ਹਾ ਤੰਗ ਹੈ, ਲੇਕਿਨ ਜਿੱਥੇ ਵੀ ਪੋਸੀਬਲ ਹੋਏਗਾ ਅਸੀਂ ਹਰਿਆਲੀ ਕਰਨ ਦੀ ਉੱਥੇ ਕੋਸ਼ਿਸ਼ ਕਰਾਂਗੇ। ਉਹ ਜਿਹੜਾ ਨਿਊ ਅੰਮ੍ਰਿਤਸਰ ਆ, ਜਾਂ ਕਿਉਂਕਿ ਅੰਮ੍ਰਿਤਸਰ ਬਹੁਤ ਜ਼ਿਆਦਾ ਅਟਾਰੀ ਤੱਕ ਫੈਲ ਗਿਆ, ਇੱਧਰ ਜਾ ਕੇ ਮਾਨਾਵਾਲਾ ਜੰਡਿਆਲੇ ਨੂੰ ਟੱਚ ਕਰ ਗਿਆ ਹੈਗਾ, ਇਹ ਤਾਂ ਥੋੜ੍ਹਾ ਜਿਹਾ ਡਿਵੈਲਪ ਇੱਕ ਮਾਸਟਰ ਪਲਾਨ ਦੇ ਤੌਰ 'ਤੇ ਕੀਤਾ ਜਾ ਸਕਦਾ, ਕਿਉਂਕਿ ਉੱਥੇ ਵੀ ਖੁੰਭਾਂ ਵਾਂਗੂ ਲੋਕਾਂ ਨੇ ਕਲੋਨੀਆਂ ਵਸਾਰ ਲਈਆਂ ਸੀ, ਬਾਅਦ 'ਚ ਡਿਵੈਲਪਮੈਂਟ ਹੁੰਦੀ ਹੈ ਜੀ। ਦੇਖੋ ਸਾਡੀ ਬੜੀ ਮਾੜੀ ਕਿਸਮਤ ਹੈ ਸਾਡੀ ਕਿ ਅਸੀਂ ਇਲੀਗਲ ਕਾਲਜਿਸ ਨੂੰ ਪਹਿਲਾਂ ਡਿਵੈਲਪ ਹੋਣ ਦਿੰਦੇ ਹਾਂ, ਲੋਕਾਂ ਨੂੰ ਪਲਾਟ ਲੈਣ ਦਿੰਦੇ ਹਾਂ, ਫਿਰ ਵਿਚਾਰੇ ਉਹ ਵੀ ਪਰੇਸ਼ਾਨ ਰਹਿੰਦੇ ਆ, ਸੜਕ ਬਣਾ ਦਿਓ, ਸੀਵਰ ਪਾ ਦਿਓ। ਤਾਂ ਇਹਨੂੰ ਕਿਸੇ ਨਾ ਕਿਤੇ ਤਾਂ ਰੋਕਣਾ ਪਏਗਾ ਸਾਨੂੰ। ਪਹਿਲਾਂ ਵੀ ਇੱਕ ਤਾਂ ਹੁੰਦਾ ਨਾ, ਇੱਕ ਤੁਸੀਂ ਟਾਰਗੇਟ ਲਾਈਨ ਡਰਾ ਕਰ ਲਓ ਵੀ ਆਹ ਲਾਈਨ ਹੈ, ਇਸ ਤੋਂ ਗਾਂਹ ਅਸੀਂ ਹੋਰ ਕੋਈ ਗਲਤ ਕੰਮ ਨਹੀਂ ਹੋਣ ਦੇਣਾ। ਜਿਹੜੇ ਇਸ ਤੋਂ ਪਿਛਲੇ ਕੰਮ ਹੋਏ ਉਹਨੂੰ ਕਿਸ ਤਰ੍ਹਾਂ ਰੈਗੂਲਰਾਈਜ਼ ਕਰਨਾ, ਸੋ ਉਹ ਕੀਤਾ ਜਾਏਗਾ। ਪਹਿਲ ਦੇ ਆਧਾਰ 'ਤੇ ਆਪਾਂ ਮਾਨ ਸਾਹਿਬ ਨਾਲ ਸਲਾਹ ਕਰਕੇ, ਜਿਵੇਂ ਮਾਨ ਸਾਹਿਬ ਐਡਵਾਈਸ ਕਰਨਗੇ ਸਾਨੂੰ, ਸਾਡੇ CM ਸਾਹਿਬ, ਅਤੇ ਉਸ ਹਿਸਾਬ ਨਾਲ ਫਿਰ ਆਪਾਂ ਚੱਲਾਂਗੇ ਕੋਈ ਟਾਰਗੇਟ ਲੈ ਕੇ। ਅਤੇ ਡੈਫੀਨੇਟਲੀ ਅਸੀਂ ਅੱਗੇ ਤੋਂ ਡੈਫੀਨੇਟਲੀ ਰੋਕਾਂਗੇ ਕਿ ਕੋਈ ਜੇ ਕਿਸੇ ਨੇ ਕਾਲੋਨੀ ਕੱਟਣੀ ਹੈ, ਅਤੇ ਜੋ ਸਹੂਲਤਾਂ ਬਣਦੀਆਂ ਨੇ ਉਹ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਣ, ਤਾਂ ਕਿ ਸਰਕਾਰ 'ਤੇ ਬਿਨਾਂ ਗੱਲ ਦੇ ਬੋਝ ਨਾ ਪਵੇ। ਤੁਸੀਂ ਜ਼ਿਕਰ ਕੀਤਾ ਕਿ ਟੂਰਿਸਟ ਬਹੁਤ ਆਉਂਦਾ, ਚਾਹੇ ਸ਼ਰਧਾਲੂਆਂ ਦੇ ਰੂਪ ਦੇ ਵਿੱਚ ਆਉਂਦਾ, ਤੁਹਾਨੂੰ ਲੱਗਦਾ ਕਿ ਉਸ ਮਸਲੇ ਦੇ ਵਿੱਚ ਜੋ ਅੰਮ੍ਰਿਤਸਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਪਾਈ ਹੈਗੀ, ਜਾਂ ਪਿਛਲੀਆਂ ਸਰਕਾਰਾਂ ਨਹੀਂ ਕਰਵਾ ਪਾਈਆਂ ਹੈਗੀਆਂ? ਬਿਲਕੁਲ ਨਹੀਂ ਕਰ ਪਾਈਆਂ, ਧਿਆਨ ਨਹੀਂ ਸੀ ਹੈਗਾ ਉਹਨਾਂ ਦਾ। ਏਅਰਪੋਰਟ ਵੱਲ ਧਿਆਨ ਨਹੀਂ ਹੈਗਾ ਲੋਕਾਂ ਦਾ। ਜਿੰਨਾ ਕੋਈ ਆਪੇ ਕੁਦਰਤੀ ਤੌਰ 'ਤੇ ਕੋਈ ਏਅਰਲਾਈਨਸ ਆਈ ਜਾਂਦੀਆਂ, ਗੌਰਮੈਂਟ ਵੱਲੋਂ ਸਹੂਲਤ ਨਹੀਂ ਮਿਲਦੀ ਕੋਈ। ਸੋ ਵੀਲ ਮੇਕ ਸ਼ੋਰ ਕਿ ਅੰਮ੍ਰਿਤਸਰ ਏਅਰਪੋਰਟ ਜਿਹੜਾ ਡਿਵੈਲਪ ਕੀਤਾ ਜਾਵੇ। ਫਿਰ ਇੱਕ ਡਰਾਈਵ ਪੋਰਟ ਜਿਹੜਾ ਕਿ ਆਉਣਾ ਚਾਹੀਦਾ ਹੈ ਅਟਾਰੀ, ਕਿਉਂਕਿ ਇਸ ਵਕਤ ਸਾਡੇ ਰਿਸ਼ਤੇ ਬਹੁਤ ਚੰਗੇ ਨਹੀਂ ਹੈ ਪਾਕਿਸਤਾਨ ਨਾਲ, ਲੇਕਿਨ ਹਮੇਸ਼ਾ ਐਸਾ ਨਹੀਂ ਰਹੇਗਾ ਨਹੀਂ, ਅਲਟੀਮੇਟਲੀ ਠੀਕ ਹੋਣਗੇ, ਲੇਕਿਨ ਸਾਨੂੰ ਉਸ ਵਾਸਤੇ ਤਿਆਰ ਹੋਣਾ ਚਾਹੀਦਾ ਹੈ। ਤਾਂ ਡਰਾਈਵ ਪੋਰਟ ਇੱਕ ਕੌਨਕੌਰ ਜਿਹੜੀ ਹੈਗੀ ਹੈ, ਜਿਹੜੀ ਫਰੇਟ ਦੀ ਬੜੀ ਵੱਡੀ ਇੱਕ ਫਰਮ ਹੈ, ਦੁਨੀਆ 'ਚ ਕੰਪਨੀ ਹੈ, ਉਹਨਾਂ ਨੇ ਆਫਰ ਕੀਤਾ ਕਿ ਅਸੀਂ ਫ੍ਰੀ ਇਹਨੂੰ ਡਿਵੈਲਪ ਕਰ ਦਾਂਗੇ, ਸਿਰਫ ਸਾਨੂੰ ਜ਼ਮੀਨ ਲੈ ਦਿਓ। ਅਤੇ ਜ਼ਮੀਨ ਦਾ ਰੇਟ ਉੱਥੇ ਕੋਈ 20-25 ਲੱਖ ਤੋਂ ਵੱਧ ਨਹੀਂ ਹੈਗਾ ਅਟਾਰੀ ਦੇ ਲਾਗੇ। ਜੇ ਉੱਥੇ ਉਹਨਾਂ ਨੂੰ ਜ਼ਮੀਨ ਅਪਰੋਪਰੀਏਟ ਲੈਤੀ ਜਾਵੇ ਅਤੇ ਸਾਡਾ ਉੱਥੇ ਡਿਵੈਲਪ ਹੋ ਜਾਏ, ਅਤੇ ਇੱਕ ਨਵੀਂ ਇਕੋਨਮੀ ਸਾਨੂੰ ਮਿਲ ਜਾਏਗੀ, ਇੱਕ ਨਵਾਂ ਉਹ ਉੱਥੋਂ ਦੇ ਅੰਮ੍ਰਿਤਸਰ ਦੇ ਲੋਕਾਂ ਨੂੰ ਮਤਲਬ ਕਿ ਇੱਕ ਰੋਜ਼ਗਾਰ ਇੱਕ ਨਵਾਂ ਬਣ ਜਾਏਗਾ। ਸਾਡੇ ਕਾਰੋਬਾਰੀਆਂ ਵਾਸਤੇ, ਸਾਡੇ ਇੰਡਸਟਰੀਜ਼ ਵਾਸਤੇ ਬਹੁਤ ਵਾਧਾ ਪੈ ਜਾਏਗਾ ਉਸ ਗੱਲ ਦਾ, ਜੇ ਸਾਨੂੰ ਉੱਥੇ ਡਰਾਈ ਪੋਰਟ ਅਸੀਂ ਮਹਿਸੂਸ ਕਰੇ। ਜਿਹੜੇ ਪੋਰਟ ਦੀ ਗੱਲ ਕੀਤੀ ਹੈ ਜਾਂ
ਜੇ ਪਾਕਿਸਤਾਨ ਦੇ ਨਾਲ ਜੇ ਬਾਰਡਰ ਖੁੱਲ੍ਹ ਜਾਂਦਾ ਹੈ ਤੇ ਸਾਡੇ ਪੰਜਾਬ ਅੰਮ੍ਰਿਤਸਰ ਕੀ ਪੰਜਾਬ ਦਾ ਜਿਹੜਾ ਨਕਸ਼ਾ ਬਦਲ ਜਾਏਗਾ ਜੀ, ਜੇ ਵਪਾਰ ਖੁੱਲ੍ਹ ਜਾਂਦਾ ਤੇ। ਦੇਖੋ ਇੱਕ ਨਾ ਫਲਾਈਟ ਜਾਂਦੀ ਸੀਗੀ ਇਹਦੀ ਜੈਟ ਦੀ ਅੰਮ੍ਰਿਤਸਰ ਤੋਂ ਬਰਮਿੰਘਮ ਜਾਂਦੀ ਸੀ ਜਾਂ ਲੰਡਨ ਕਿਤੇ ਜਾਂਦੀ ਸੀਗੀ, ਬਿਲਕੁਲ ਜਾਂਦੀ ਸੀ। ਤੇ ਅੰਮ੍ਰਿਤਸਰ ਇੱਕ ਸਬਜ਼ੀਆਂ ਦੀ ਮਾਰਕੀਟ ਡਿਵੈਲਪ ਹੋ ਗਈ ਸੀਗੀ। ਮਤਲਬ ਉੱਥੇ ਇੰਨੇ ਲੋਕੀ ਕੁਛ ਲੋਕ ਸੀ, ਬਹੁਤ ਸਾਰੇ ਨਹੀਂ ਸੀਗੇ, ਲੇਕਿਨ ਜਿਹੜੇ ਇਸ ਕੰਮ 'ਚ ਪੈ ਗਏ ਸੀ ਸਬਜ਼ੀਆਂ ਉਗਾਉਣ 'ਚ, ਉਹ ਅਮੀਰ ਹੋ ਗਏ ਸੀ, ਬਹੁਤ ਅਮੀਰ ਹੋ ਗਏ ਸੀ। ਉਹ ਫਲਾਈਟ ਜਦੋਂ ਬੰਦ ਹੋਈ, ਕਾਰਗੋ ਬਹੁਤ ਲਾਜ਼ਮੀ ਹੈ। ਹੁਣ ਸਾਡੇ ਕੋਲ ਕਾਰਗੋ ਫੈਸਿਲਿਟੀਜ਼ ਅੰਮ੍ਰਿਤਸਰ 'ਚ ਹੈਗੀਆਂ ਨੇ, ਲੇਕਿਨ ਜਾਂ ਤਾਂ ਉਹਨਾਂ ਨੂੰ ਲੋਕਾਂ 'ਚ ਲਿਆਂਦਾ ਨਹੀਂ ਗਿਆ ਜਾਂ ਲੋਕ ਉਹ ਥੋੜ੍ਹਾ ਬਹੁਤ ਹਾਲੇ ਕੋਈ ਨੁਕਸ ਹੋਏਗਾ, ਅਤੇ ਜੇ ਥੋੜ੍ਹੇ ਬਹੁਤ ਨੁਕਸ ਨੇ ਉਹਨਾਂ ਨੂੰ ਪੂਰੇ ਕਰਕੇ ਔਰ ਇਸ ਗੱਲ ਨੂੰ बढ़ावा ਦਿੱਤਾ ਜਾਵੇ ਇਸ ਗੱਲ ਨੂੰ ਕਿ ਸਾਡੇ ਕੋਲ ਇੱਕ ਫੈਸਿਲਿਟੀ ਹੈਗੀ ਹੈ ਕਾਰਗੋ ਦੀ, ਅਤੇ ਕੁਦਰਤੀ ਗੱਲ ਹੈ ਲੋਕਲ ਏਰੀਆ ਬਹੁਤ ਜ਼ਿਆਦਾ ਡਿਵੈਲਪ ਹੋ ਜਾਂਦਾ। ਸੋ ਇਹਨੂੰ ਟੇਕ ਅਪ ਕਰਾਂਗੇ ਜੀ ਆਪਾਂ। ਹੁਣ ਇਹ ਸਾਰੀ ਗੱਲ ਹੈ। ਜਿਸ ਤਰ੍ਹਾਂ ਹੁਣ ਇੱਕ ਹਾਰਟੀਕਲਚਰ ਦੀ ਖੁੱਲ੍ਹਣੀ ਸੀਗੀ ਯੂਨੀਵਰਸਿਟੀ, ਐਡਵਾਂਸ ਰਿਸਰਚ ਸੈਂਟਰ ਖੁੱਲ੍ਹਣਾ ਸੀਗਾ ਅਟਾਰੀ। ਉਹ ਜਿਹੜਾ ਬਾਗ ਨਹੀਂ ਸੀ ਹੁੰਦਾ, ਮਾਲਟਿਆਂ ਦਾ ਬਾਗ ਹੁੰਦਾ ਸੀਗਾ, ਅਤੇ ਉੱਥੇ ਖੁੱਲ੍ਹਣਾ ਸੀਗਾ। ਅਤੇ ਕੁਛ ਤਾਂ ਜ਼ਮੀਨ ਆਲਰੇਡੀ ਸੀ ਦੇ ਚੁੱਕੇ ਸੈਂਟਰ ਨੂੰ, ਅਤੇ ਕੁਝ ਜ਼ਮੀਨ ਹੋਰ ਦੇਣੀ ਸੀ। ਪਿਛਲੀ ਸਰਕਾਰਾਂ ਨੇ ਉਹ ਜ਼ਮੀਨ ਥੋੜ੍ਹੇ ਏਕੜ ਦੇਣੇ ਸੀਗੇ, ਉਹ ਦੇਣ 'ਚ ਹੀ ਨਾ ਟਾਈਮ ਲਾਤਾ। ਅਸੀਂ ਹੁਣ ਸੈਂਟਰ ਦੇ ਨਾਂ 'ਤੇ ਕਰਤੀ ਆ, ਅਤੇ ਸੈਂਟਰ ਨੇ ਕਈ 100 ਕਰੋੜ ਰੁਪਏ ਉੱਥੇ ਖਰਚ ਕਰਨੇ ਜੀ। ਪੰਜਾਬ ਦਾ ਇੱਕ ਨਿੱਕਾ ਪੈਸਾ ਨਹੀਂ ਲੱਗਣਾ। 100 ਕਰੋੜ ਰੁਪਏ ਹਰ ਸਾਲ ਉਹਨਾਂ ਨੇ ਖਰਚ ਕਰਿਆ ਕਰਨਾ ਤਨਖਾਹਾਂ 'ਤੇ, ਡਿਵੈਲਪਮੈਂਟ 'ਤੇ, ਰਿਸਰਚ 'ਤੇ। ਸੋ ਇਹੋ ਜਿਹੇ ਕੰਮਾਂ 'ਚ ਜਿੱਥੇ ਤੁਹਾਡੀ ਲਾਗਤ ਹੀ ਕੋਈ ਨਹੀਂ, ਸਾਡੀ ਪਿਛਲੀ ਸਰਕਾਰਾਂ ਉੱਥੇ ਵੀ ਇੱਕਦਮ ਢਿੱਲ ਮੱਠ ਵਰਦੀਆਂ ਰਹੀਆਂ ਨੇ। ਇਹ ਸਾਰੇ ਜਿਹੜੀ ਇੱਕ ਲਿਥਾਰਜੀ ਜਿਹੀ ਆਈ ਹੋਏ ਨਾ, ਜਿਹੜਾ ਸੁਸਤਾਏ ਜਿਹੇ ਪਏ ਨੇ ਸਾਰੇ, ਇਹ ਚੁਸਤੀ ਲਿਆਉਣੀ ਪਏਗੀ, ਥੋੜ੍ਹੀ ਊਰਜਾ ਨਵੀਂ ਭਰਨੀ ਪਏਗੀ ਮਹਿਕਮਿਆਂ 'ਚ। ਤਾਂ ਨਵਜੋਤ ਸਿੰਘ ਸਿੱਧੂ, ਕਿਉਂਕਿ ਤੁਹਾਡੇ ਸ਼ਹਿਰ ਦੇ ਨੇ, ਉਹਨਾਂ ਕੋਲ ਵੀ ਮਿਨਿਸਟਰੀ ਰਹੀ ਹੈ ਕਰੀਬ 2 ਸਾਲ ਦਾ, ਕੰਮ ਹੋਏ ਕਿ ਸ਼ੋਰ ਹੋਇਆ? ਸ਼ੋਰ ਹੋਇਆ ਜੀ। ਕਿਸੇ ਬਾਰੇ ਮਾੜੀ ਗੱਲ ਨਹੀਂ ਕਰਨੀ ਚਾਹੀਦੀ, ਪਰ ਇਹ ਮਸ਼ਹੂਰ ਸੀਗਾ ਕਿ ਫਾਈਲ ਹਿਲਦੀ ਨਹੀਂ ਸੀਗੀ। ਹੁਣ ਤੁਸੀਂ ਕਹੋ ਮੈਂ ਸ਼ਰੀਫ ਹਾਂ ਔਰ ਤੁਸੀਂ ਫਾਈਲ ਨਾ ਹਿਲਾਓ ਤਾਂ ਕੀ ਹੋਏਗਾ? ਨਹੀਂ, ਸ਼ਰੀਫ ਕੇ ਇਮਾਨਦਾਰ ਜੀ, ਫਰਕ 2 ਸ਼ਬਦਾਂ ਨੇ। ਚਲੋ ਇਮਾਨਦਾਰ, ਤੁਸੀਂ ਕਹੋ ਮੈਂ ਇਮਾਨਦਾਰ ਹਾਂ ਔਰ ਤੁਹਾਡੀ ਫਾਈਲ 3 ਮਹੀਨੇ ਤੁਹਾਡੇ ਟੇਬਲ ਤੋਂ ਨਾ ਹਿੱਲੇ ਤਾਂ ਕੀ ਹੋਏਗਾ? ਰਿਸ਼ਵਤ ਫੈਲੇਗੀ। ਤੁਸੀਂ ਨਹੀਂ ਲਓਗੇ ਲੇਕਿਨ ਥੱਲੇ ਲਏਗਾ ਬੰਦਾ। ਸੋ ਜਦੋਂ ਤੱਕ ਤੁਹਾਡੀ ਫਾਈਲ ਤੇਜ਼ੀ ਨਾਲ ਨਹੀਂ ਤੁਰਦੀ, ਉਦੋਂ ਤੱਕ ਤੁਹਾਡੀ ਰਿਸ਼ਵਤਖੋਰੀ ਬੰਦ ਨਹੀਂ ਹੋ ਸਕਦੀ। ਸੋ ਇਹ ਪਰਮਾਤਮਾ ਪਾਸੋਂ ਅਰਦਾਸ ਕਰਦੇ ਹਾਂ ਕਿ ਸਾਨੂੰ ਪਰਮਾਤਮਾ ਤਾਕਤ ਦੇਵੇ ਤਾਂ ਕਿ ਅਸੀਂ ਜਿੰਨਾ ਵੀ ਕੰਮ ਹੈ ਨਾ ਉਹ ਤੇਜ਼ੀ ਨਾਲ ਕਰ ਸਕੀਏ। ਜਿਹੜੇ ਸਾਡੇ ਕੋਲ ਕੋਈ ਐਪਲੀਕੇਸ਼ਨ ਆਵੇ ਉਹਨੂੰ ਹਾਂ ਜਾਂ ਨਾ ਦੇ ਜਵਾਬ ਵਿੱਚ ਵਾਪਸ ਕਰਤਾ ਜਾਵੇ, ਤਾਂ ਕਿ ਜਿਹੜੀ ਹੇਰਾਫੇਰੀ ਰਿਸ਼ਵਤਖੋਰੀ ਇਹ ਬੰਦ ਹੋ ਜਾਏ। ਸਰ ਇੱਕ ਹੋਰ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਹੇਰਾਫੇਰੀ ਬੰਦ ਹੋਣੀ ਚਾਹੀਦੀ। 3 ਮਹੀਨਿਆਂ 'ਚ ਕੋਈ ਬੋ ਆਈ ਜੀ ਕਿ ਕਰਪਸ਼ਨ ਹੋ ਰਿਹਾ ਜੀ? ਬਹੁਤ ਅੱਗੇ ਨਾਲ ਫਰਕ ਹੈ ਜੀ। ਮੈਂ ਹੁਣ ਤੁਸੀਂ ਕਹੋ ਕਿ ਤੂੰ ਆਪਣੀ ਪਾਰਟੀ ਦਾ ਬੰਦਾ ਹੈ ਅਤੇ ਤੂੰ ਆਪਣੀ ਪਾਰਟੀ ਦੇ ਫੇਵਰ ਦੀ ਗੱਲ ਕਰਦਾ, ਪਰ ਮੇਰੇ ਹਿਸਾਬ ਨਾਲ ਕਰਪਸ਼ਨ ਬਹੁਤ ਜ਼ਿਆਦਾ ਘਟੀ ਹੈ। ਲੋਕ ਰਿਸਪੌਂਸਿਵ ਨੇ, ਮੁਲਾਜ਼ਮ ਰਿਸਪੌਂਸਿਵ ਨੇ, ਟਾਈਮ ਸਿਰ ਜਾਂਦੇ ਨੇ, ਤੁਹਾਡੀ ਗੱਲ ਸੁਣਦੇ ਨੇ। ਵਿੱਚ ਚਲੋ ਔਡ ਬੰਦੇ ਹੁੰਦੇ ਆ ਹਰ ਤਰੀਕੇ ਦੇ, ਪਰ ਘੱਟੋ ਘੱਟ 80% ਬੰਦੇ ਮੈਂ ਕਹਾਂਗਾ ਕਿ ਉਹ ਠੀਕ ਬਣੇ ਤੁਰ ਪਏ ਨੇ। ਕਿਉਂਕਿ ਇੱਕ ਜਿਹੜਾ ਰੂਲ ਹੈ ਨਾ ਉਹ 20% ਵਾਲਾ, ਇਹ ਬੜਾ ਇੰਪੋਰਟੈਂਟ ਰੂਲ ਹੈ। ਉਹ ਕਹਿੰਦੇ 20% ਬੰਦੇ ਤਾਂ ਹਮੇਸ਼ਾ ਚੰਗਾ ਕੰਮ ਕਰਦੇ ਆ, ਜੋ ਮਰਜ਼ੀ ਸਥਿਤੀਆਂ ਹੋਣ, ਅਤੇ 20% ਨੇ ਕਦੇ ਚੰਗਾ ਕੰਮ ਕਰਨਾ ਨਹੀਂ ਹੁੰਦਾ। ਸੋ ਕੁਐਸਚਨ ਇਹ ਹੈ ਕਿ ਬਾਕੀ ਦੇ ਬੰਦੇ ਕਿਹੜੇ ਬਣੇ ਜਾਂਦੇ ਨੇ? ਬਾਕੀ ਦੇ ਜਿਹੜੇ 60% ਬੰਦੇ ਨੇ ਉਹ ਉਸ ਬੰਨੇ ਜਾਂਦੇ ਨੇ ਜਿਹੜਾ ਬੰਨਾ ਸਟਰੋਂਗ ਹੋ ਜਾਏ। ਹੁਣ ਆਮ ਆਦਮੀ ਪਾਰਟੀ ਦੇ ਆਉਣ ਨਾਲ ਜਿਹੜਾ ਚੰਗਾ ਬੰਨਾ ਨਾ, ਜਿਹੜੇ 20% ਚੰਗੇ ਸੀਗੇ ਉਹ ਸਟਰੋਂਗ ਹੋਏ ਨੇ, ਉਹਦੇ ਨਾਲ 60% ਮਿਲ ਗਏ ਨੇ। 80% ਲੋਕ ਚੰਗਾ ਕੰਮ ਕਰਨਾ ਸ਼ੁਰੂ ਕਰਤਾ ਜੇ। ਇਹ 'ਚ ਕੋਈ ਕਿੰਤੂ ਪਰੰਤੂ ਨਹੀਂ ਹੈਗੀ, ਕੋਈ ਸ਼ੱਕ ਨਹੀਂ ਹੈਗਾ। ਸਿਰਫ ਇਹ ਹੈ ਕਿ ਟਾਈਮ ਰਿਜ਼ਲਟ ਆਉਂਦੇ ਟਾਈਮ ਲੱਗ ਜਾਂਦਾ ਹੈ। ਦਰਜਨ ਦੇ ਕਰੀਬ ਆਪਣੇ ਕੋਲ ਨਗਰ ਨਿਗਮ ਨੇ, ਕਈ ਘੱਟ ਜਿਹੇ, ਕਈ ਆਪਣੇ ਕੋਲ A ਕੈਟਾਗਰੀ ਹੈ, B ਕੈਟਾਗਰੀ, C ਕੈਟਾਗਰੀ ਵਾਲੇ ਨੋਟੀਫਾਈ ਕਮੇਟੀਆਂ ਵੀ ਆ ਗਈਆਂ ਨੇ। ਬਹੁਤ ਸਾਰੇ ਦੇ ਜਿਹੜੇ ਹਾਲਾਤ ਆ ਵਿੱਤੀ ਉਹ ਮਾੜੇ ਨੇ, ਕਿਵੇਂ ਸੁਧਾਰੋਗੇ ਜੀ? ਤੁਸੀਂ ਹੁਣੀ ਦੇ ਕੇ ਪੈਸਾ ਬੜਾ ਹੈਗਾ ਇਹ 'ਚ, ਅਤੇ ਫਿਰ ਆਪਾਂ ਠੀਕ ਹੋ ਜਾਊਗਾ ਸਭ ਕੁਝ ਜੀ। ਜਿੰਨੇ ਕਈ ਵਾਰੀ ਨਾ ਜਿੰਨੇ ਪੈਸੇ ਹੁੰਦੇ ਨਾ ਉਹ ਕਾਫੀ ਹੁੰਦੇ ਆ, ਸਫੀਸ਼ੀਐਂਟ ਹੁੰਦੇ ਆ। ਲੇਕਿਨ ਹੁਣ ਇੱਕ ਕਾਮਨ ਗੱਲ ਹੈ ਕਿ ਜਿਹੜੇ ਕੰਟਰੈਕਟ ਹੁੰਦੇ ਨੇ, ਜਿਹੜੇ ਸੜਕਾਂ ਦੇ, ਸੀਵਰ ਦੇ, ਪਾਣੀ ਦੇ, ਉਹ ਕਹਿੰਦੇ 30% ਰੁਪਇਆ ਅਪ ਫਰੰਟ ਲੈ ਲੈਂਦੇ ਆ। ਇਹ ਆਮ ਕਾਮਨ ਗੱਲ ਹੈ। ਸੋ ਤੁਸੀਂ ਇਹਨੂੰ ਇਸ ਚੀਜ਼ ਨੂੰ ਰੋਕ ਦਿਓ ਅਤੇ ਇਮੈਜਿਨ ਕਰੋ ਕਿੰਨੀ ਦੂਰ ਤੱਕ ਗੱਲ ਜਾਂਦੀ ਹੈ। ਜਿਹੜੀ ਸੜਕ 9 ਸਾਲ ਕੱਢਣੀ ਚਾਹੀਦੀ ਹੈ, ਜੋ 9 ਸਾਲ ਕੱਢੇ ਤੇ ਬਚ ਗਈ ਨਾ, ਜੇ ਤੁਸੀਂ 3-4 ਸਾਲਾਂ ਬਾਅਦ ਉਹਨੂੰ ਪੁੱਟ ਕੇ ਫਿਰ ਨਵੀਂ ਬਣਾਉਣੀ ਸ਼ੁਰੂ ਕਰ ਦਿੰਦੇ ਹੋ, ਤਾਂ ਉਹੀ ਪੈਸੇ ਕਿਤੇ ਹੋਰ ਜਗ੍ਹਾ ਜਾ ਕੇ ਲੱਗਣੇ ਚਾਹੀਦੇ ਸੀਗੇ। ਸੋ ਇਹ ਜਿਹੜੀ ਡੁਪਲੀਕੇਸ਼ਨ ਹੈ, ਰੈਪੀਟੇਸ਼ਨ ਹੈ, ਕਾਉਂਸਲਰ ਆਪਣੇ ਘਰ ਦੇ ਸਾਹਮਣੇ ਗਲੀ ਉਹੀ ਬਣਾਈ ਜਾਂਦੇ ਨੇ, ਦੂਜਿਆਂ ਵੱਲ ਧਿਆਨ ਨਹੀਂ ਦਿੰਦੇ, ਇਹ ਹਟ ਜਾਣਗੀਆਂ। ਵੀਲ ਸਿੰਕਰੋਨਾਈਜ਼ ਦਾ ਹੋਲ ਥਿੰਗ, ਤਾਂ ਕਿ ਇਹ ਚੰਗੇ ਤਰੀਕੇ ਨਾਲ ਇਹ ਸਾਰੇ ਕੰਮ ਚੱਲ ਸਕਣ। ਸ਼ਹਿਰਾਂ ਦੇ ਵਿੱਚ ਸਫਾਈ ਦਾ ਬਹੁਤ ਮਾੜੇ ਹਾਲਾਤ ਨੇ ਜੀ। ਗਲੀ ਦੇ ਵਿੱਚ ਕੋਨਿਆਂ 'ਚ ਕੂੜੇ ਦੇ ਢੇਰ ਹੈਗੇ ਨੇ। ਪਾਣੀ ਦੀ ਵੀ ਵੱਡੀ ਸਮੱਸਿਆ ਸ਼ਹਿਰਾਂ ਦੇ ਵਿੱਚ ਜੀ।
ਉਹਨੂੰ ਕਿਵੇਂ ਨਜਿੱਠੋਗੇ? ਦੇਖੋ ਪਾਣੀ ਦਾ ਇੱਕ ਤੇ ਜਿਸ ਤਰ੍ਹਾਂ ਅੰਮ੍ਰਿਤਸਰ ਮੈਨੂੰ ਪੱਕਾ ਪਤਾ ਕਿ ਅਸੀਂ ਉੱਥੇ ਹੋ ਰਿਹਾ, ਉੱਥੇ 2200 ਕਰੋੜ ਦਾ ਪ੍ਰੋਜੈਕਟ ਹੈਗਾ, 1100 ਕਰੋੜ ਦਾ ਸ਼ੁਰੂ ਹੋਇਆ ਹੋਇਆ, ਜਿਹਦੇ ਫਿਲਟਰਿੰਗ ਪਲਾਂਟ ਲੱਗ ਰਿਹਾ ਔਰ ਮੇਨ ਪਾਈਪਸ ਪੈ ਰਹੀਆਂ ਨੇ, ਟੈਂਕੀਆਂ ਬਣ ਰਹੀਆਂ। ਦੂਜੇ 1100 ਜਿਹੜਾ ਕਰੋੜ ਦਾ ਪ੍ਰੋਜੈਕਟ ਹੈ ਉਹ ਨੈਕਸਟ ਫੇਜ਼ ਸ਼ੁਰੂ ਹੋਏਗਾ, ਉਹਦੇ 'ਚ ਛੋਟੇ ਕਨੈਕਸ਼ਨ ਦਿੱਤੇ ਜਾਣਗੇ ਗਾਂ, ਜਿਹੜੇ ਪੁਰਾਣੇ ਕਨੈਕਸ਼ਨ ਚੰਗੇ ਨੇ ਉਹ ਰਹਿਣ ਦਿੱਤੇ ਜਾਣਗੇ ਔਰ ਜਿਹੜੇ ਮਾੜੇ ਗਲ ਗਏ ਨੇ ਪਾਈਪਾਂ ਉਹ ਨਵੀਆਂ ਪੈਣਗੀਆਂ। ਸੋ ਪਹਿਲੇ ਫੇਜ਼ ਵਿੱਚ ਜਿਸ ਤਰ੍ਹਾਂ ਦੱਖਣੀ ਇਲਾਕਾ ਮੇਰਾ ਅੰਮ੍ਰਿਤਸਰ ਸਾਊਥ ਨੂੰ ਮੈਂ ਬਿਲੋਂਗ ਕਰਦਾ, ਤਾਂ ਸਾਡਾ ਦਬੁਰਜੀ ਤੋਂ ਲੈ ਕੇ ਤੇ ਸੁਲਤਾਨ ਗੇਟ ਵੱਲ ਨੂੰ ਪਾਈਪ ਪਾਉਣੀ ਅਸੀਂ ਸ਼ੁਰੂ ਕਰਤੀ, ਮੇਨ ਵੱਡੀ ਜਿਹੜੀ ਪਾਈਪ ਹੈ। ਸੋ ਇਹ ਕੰਮ ਹੋ ਗਿਆ। ਇਹਦੇ ਨਾਲ ਹੋਏਗਾ ਕਿ ਜਿਹੜੇ ਟਿਊਬਵੈਲ ਸਾਡੇ ਨੇ ਸਿਰਫ ਸਟੈਂਡ ਬਾਈ 'ਤੇ ਰਹਿਣਗੇ, ਅਸੀਂ ਉਦੋਂ ਵਰਤਾਂਗੇ ਜਦੋਂ ਸਾਨੂੰ ਕਿਸੇ ਕਾਰਨ ਕਰਕੇ ਨਹਿਰ ਦਾ ਪਾਣੀ ਸ਼ਟ ਡਾਊਨ ਕਰਨਾ ਪਏਗਾ ਅਤੇ ਰਿਪੇਅਰ ਵਾਸਤੇ ਜਾਂ ਕਿਸੇ ਕੰਮ ਵਾਸਤੇ ਕਰਨਾ ਪਏਗਾ, ਤਾਂ ਹੀ ਅਸੀਂ ਟਿਊਬਵੈਲ ਵਰਤਾਂਗੇ, ਨਹੀਂ ਤਾਂ ਅਸੀਂ ਨਹਿਰ ਦਾ ਪਾਣੀ ਵਰਤਾਂਗੇ। ਇਸ ਕਰਕੇ ਬੜਾ ਸੋਹਣਾ ਫਿਊਚਰ ਮੈਨੂੰ ਨਜ਼ਰ ਆ ਰਿਹਾ। ਅਪਰ ਬਾਰੀ ਦੁਆਬ ਕਨਾਲ 'ਚ ਪਾਣੀ ਬੜਾ ਘੱਟ ਆਉਂਦਾ ਸਾਡਾ, ਉਹਦੀ ਕਪੈਸਿਟੀ 8200 ਕਿਊਸਿਕ ਪਾਣੀ ਹੈਗਾ ਉਹਦਾ, ਲੇਕਿਨ ਇੰਜੀਨੀਅਰਸ ਨਾਲ ਗੱਲ ਕੀਤੀ, ਉਹ ਕਹਿੰਦੇ 6500 ਕਿਊਸਿਕ ਤੋਂ ਬਾਅਦ ਅਸੀਂ ਕਦੇ ਭੇਜ ਨਹੀਂ ਸਕਦੇ, ਕਿਉਂਕਿ ਉਹਦੀ ਲਾਈਨਿੰਗ ਵਗੈਰਾ ਉਹ ਮਤਲਬ ਕਮਜ਼ੋਰ ਹੋ ਚੁੱਕੀ ਹੈ ਅਤੇ 20 ਸਾਲ ਤੋਂ ਕਦੇ ਰਿਪੇਅਰ ਨਹੀਂ ਹੋਈ ਜੀ। ਮਾਨ ਸਾਹਿਬ ਨਾਲ ਗੱਲ ਕੀਤੀ ਸੀ, ਕਹਿੰਦੇ ਆਪਾਂ ਨੂੰ ਕਰਾਂਗੇ। ਸੋ ਇਸ ਬਜਟ 'ਚ ਨਹੀਂ ਹੈ, ਇਸ ਬਜਟ 'ਚ ਸਰਹੰਦ ਕਨਾਲ ਵਾਸਤੇ ਬਜਟ ਰੱਖਿਆ ਗਿਆ ਔਰ ਫਿਰੋਜ਼ਪੁਰ ਜਿਹੜੀ ਹੈ ਮੇਨ ਲਾਈਨ ਉਹਦੇ ਵਾਸਤੇ ਬਜਟ ਰੱਖਿਆ ਗਿਆ ਔਰ ਉਸ ਜਿੰਨਾ ਅਸੀਂ ਖਰਚ ਕਰਾਂਗੇ ਸਾਡਾ 1000 ਕਿਊਸਿਕ ਪਾਣੀ ਬਚਣਾ ਜੇ। ਸਰ ਚਰਚਾ ਹੀ ਕਿ ਤੁਸੀਂ ਮੈਡੀਕਲ ਸੈਕਟਰ ਤੋਂ ਤਾਲੁਕ ਰੱਖਦੇ ਹੈਗੇ ਕਿ ਪੰਜਾਬ ਦੀ ਸਿਹਤ ਸੇਵਾਵਾਂ ਦਾ ਜ਼ਿੰਮੇਵਾਰੀ ਮਿਲੇਗੀ, ਪਰ ਉਹ ਕਹਿੰਦੇ ਕਿ ਸ਼ਹਿਰ ਸੁਧਾਰ ਲਓ, ਹੈਲਥ ਅਸੀਂ ਸੁਧਾਰ ਲਾਂਗੇ। ਕੋਈ ਹੈ ਕਿ ਜੇ ਹੈਲਥ ਮਿਲ ਜਾਂਦੀ ਤਾਂ ਹੋਰ ਵਧੀਆ ਹੋ ਜਾਂਦਾ ਜੀ? ਨਹੀਂ ਜੀ, ਜੋ ਪਰਮਾਤਮਾ ਕਰਦਾ ਚੰਗਾ ਕਰਦਾ। ਤੁਹਾਨੂੰ ਜਦੋਂ ਰਿਜ਼ਲਟ ਅਨਾਊਂਸ ਨਹੀਂ ਹੋਇਆ ਮੈਂ ਹੈਲਥ ਹੀ ਲੈ ਕੇ ਬੈਠਾ ਸੀਗਾ ਅਤੇ ਹੁਣ ਮੈਨੂੰ ਮਿਲਿਆ ਅਤੇ ਅਨਾਊਂਸ ਹੋਇਆ ਅਤੇ ਮੈਨੂੰ ਇਹ ਚੰਗਾ ਲੱਗਣ ਲੱਗ ਪਿਆ। ਸੋ ਕੰਮ ਕਰਨਾ ਆਪਾਂ, ਠੀਕ ਹੈ ਜੀ, ਸਿੰਸੀਅਰਲੀ ਕੰਮ ਕਰਨਾ, ਲੋਕਾਂ ਦੀ ਸਲਾਹ ਲੈ ਕੇ ਕੰਮ ਕਰਨਾ। ਜਿੰਨੇ ਸਟੇਕ ਹੋਲਡਰਸ ਨੇ ਇਹਦੇ 'ਚ, ਜਿੰਨੇ ਇਹਦੇ 'ਚ ਆਫਿਸਰਸ ਨੇ, ਜੇ ਗੌਰਮੈਂਟ ਹੈ, ਜਿਹੜੇ ਕੋਲੋਨਾਈਜ਼ਰਸ ਨੇ, ਜਿਹੜੇ ਲੋਕ ਨੇ ਜਿਨ੍ਹਾਂ ਤੱਕ ਫੈਸਿਲਿਟੀਜ਼ ਪਹੁੰਚਦੀਆਂ ਜਾਂ ਨਹੀਂ ਪਹੁੰਚਦੀਆਂ, ਜੋ ਸਾਰੇ ਇਕੱਠੇ ਬਹਿ ਕੇ ਕੰਮ ਕਰਾਂਗੇ ਤਾਂ ਅਸੀਂ ਚੰਗੇ ਰਿਜ਼ਲਟ ਕੱਢ ਸਕਦੇ ਹਾਂ। ਸਰ ਆਖਰੀ ਸਵਾਲ ਆ, ਬਹੁਤ ਸਾਰੇ ਤੁਹਾਡੇ ਮੰਤਰੀ ਜਾਂ MLA ਕਿ ਪਿਛਲੀਆਂ ਸਰਕਾਰਾਂ ਨੇ ਬੜੀਆਂ ਗੜਬੜੀਆਂ ਕੀਤੀਆਂ ਮਹਿਕਮੇ ਦੇ ਵਿੱਚ, ਜਾ ਕੇ ਪਹਿਲਾਂ ਡਿਵੈਲਪਮੈਂਟ ਸ਼ੁਰੂ ਕਰੋਗੇ, ਫਾਈਲਾਂ ਚੈੱਕ ਕਰਾਂਗੇ, ਜਿਹੜੀਆਂ ਪਿਛਲੀਆਂ ਗੜਬੜੀਆਂ ਪਹਿਲਾਂ ਉਹਨਾਂ ਨੂੰ ਕਾਬੂ ਕੀਤਾ ਜਾਵੇ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ? ਆਪਾਂ ਜੀ ਦੋਨੋਂ ਕੰਮ ਨਾਲ ਚੱਲਦੇ ਆ। ਜੇ ਤੁਸੀਂ ਦੇਖੋ ਤੁਹਾਨੂੰ ਪੋਜ਼ੀਟਿਵਿਟੀ ਤਾਂ ਰੱਖਣੀ ਪਏਗੀ, ਹੈ ਨਾ, ਮਤਲਬ ਤੁਸੀਂ ਪੁਰਾਣੀ ਗੱਲਾਂ ਛੇੜੀ ਜਾਓ ਅਤੇ ਉਹ ਜ਼ਖਮ ਖਰੀਦੀ ਜਾਓ, ਉਹਦਾ ਕੋਈ ਬਹੁਤ ਲੰਬਾ ਚੌੜਾ ਲਾਭ ਨਹੀਂ ਹੋਏਗਾ ਸਾਨੂੰ, ਹੈ ਨਾ। ਸਾਨੂੰ ਤਾਂ ਇਸੇ ਗੱਲ ਦਾ ਲਾਭ ਹੈ ਕਿ ਲੋਕਾਂ ਨੂੰ ਅਸੀਂ ਡਿਲੀਵਰ ਕਰ ਸਕੀਏ। ਸੋ ਜਿਵੇਂ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਕਿ ਜਿੱਦਾਂ ਅੰਮ੍ਰਿਤਸਰ ਹੈ, ਮੈਂ ਅੰਮ੍ਰਿਤਸਰ ਦੀ ਗੱਲ ਤਾਂ ਲੈਣਾ ਬਿਕੋਜ਼ ਉੱਥੇ ਮੈਂ ਥੋੜ੍ਹਾ ਫੈਮੀਲੀਅਰ ਹਾਂ, ਦੂਜੇ ਸ਼ਹਿਰਾਂ ਦਾ ਮੈਨੂੰ ਹਾਲੇ ਸਮੱਸਿਆਵਾਂ ਦਾ ਪਤਾ ਨਹੀਂ ਹੈ। ਅਤੇ ਅਵਰਡਾ ਕੰਪਨੀ ਹੈ ਜਿਹੜੀ ਸਾਡੀ ਲਿਫਟਿੰਗ ਕਰੇਗੀ ਸਾਰੀ, ਜਿਹੜਾ ਮੇਨ ਡੈਂਪ ਹੈ ਉਹ ਕਿਸਮਤ ਨਾਲ ਜਾਂ ਬਦਕਿਸਮਤੀ ਨਾਲ ਮੇਰੇ ਇਲਾਕੇ 'ਚ ਸਾਊਥ 'ਚ ਹੈ, ਬੜਾ ਰੌਲਾ ਪੈਂਦਾ ਰਿਹਾ, ਬੜਾ ਰੌਲਾ ਪੈਂਦਾ। ਪਰ ਯੂ ਕੈਨ ਰੈਸਟ ਅਸ਼ੋਰਡ ਕਿ ਮਿਨਿਸਟਰੀ ਮਿਲਦੀ ਨਾ ਮਿਲਦੀ, ਉਹਨੂੰ ਮੈਂ 3 ਸਾਲਾਂ ਸਾਂਭ ਲੈਣਾ ਸੀਗਾ। ਅਤੇ ਹੁਣ ਕਿਉਂਕਿ ਜੇ ਮਿਲ ਜਾਏਗੀ ਤਾਂ ਕੰਮ ਥੋੜ੍ਹਾ ਹੋਰ ਸੌਖਾ ਹੋ ਜਾਏਗਾ, ਕੋਰਸਪੋਂਡੈਂਸ ਸੌਖੀ ਹੋ ਜਾਏਗੀ। ਜਿੱਥੇ ਉਸ ਕੰਪਨੀ ਨੂੰ ਅੜਚਨ ਆਏਗੀ ਆਪਾਂ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ, ਹੈ ਨਾ। ਅਤੇ ਜਿੱਥੇ ਉਹ ਗਲਤ ਹੋਣਗੇ ਉਹਨਾਂ ਨੂੰ ਦਬਕਾ ਮਾਰਾਂਗੇ ਵੀ ਤੁਸੀਂ ਆਹ ਗਲਤ ਹੋ, ਇਹਨੂੰ ਕਰੋ। ਸੋ ਮੇਰਾ ਆਈ ਸੀ ਅ ਵੈਰੀ ਬ੍ਰਾਈਟ ਫਿਊਚਰ। ਲੋਕਾਂ 'ਚ ਐਜੂਕੇਸ਼ਨ ਕਰਾਂਗੇ, ਲੋਕਾਂ ਨੂੰ ਅਸੀਂ ਸੈਗਰੀਗੇਸ਼ਨ ਦੀ ਆਦਤ ਪਾਵਾਂਗੇ। ਜੇ ਸਾਡੇ ਬੰਦੇ ਇੰਗਲੈਂਡ ਜਾ ਕੇ, ਅਮਰੀਕਾ ਜਾ ਕੇ, ਕੈਨੇਡਾ ਜਾ ਕੇ ਸੈਗਰੀਗੇਟ ਆਪਣਾ ਕੂੜਾ ਕਰ ਸਕਦੇ ਅਤੇ ਅਸੀਂ ਇੱਥੇ ਕਿਉਂ ਨਹੀਂ ਕਰ ਸਕਦੇ? ਜਿਹੜੇ ਬਾਹਰਲੇ ਸਾਡੇ ਭਰਾ ਕਹਿੰਦੇ ਸਾਡੇ ਕੋਲ ਦੱਸੋ ਕੀ ਕਰੀਏ, ਉਹਨਾਂ ਨੂੰ ਕਹਾਂਗੇ ਭਰਾ ਲੋਕਾਂ ਨੂੰ ਆ ਕੇ ਇਹ ਦੱਸ ਦਿਓ ਕਿ ਕਿਵੇਂ ਤੁਸੀਂ ਉੱਥੇ ਕਰਦੇ ਹੋ, ਹੈ ਨਾ। ਸੋ ਸਭ ਦੇ ਸਟੇਕ ਹੋਲਡਰਸ ਨੂੰ ਇਨਵੋਲਵ ਕਰਾਂਗੇ ਅਤੇ ਆਈ ਸੀ ਆ ਬ੍ਰਾਈਟ ਫਿਊਚਰ ਜੀ। ਪਾਣੀ ਦੀ ਵੇਸਟ ਘਟਾਵਾਂਗੇ, ਰੇਨ ਵਾਟਰ ਹਾਰਵੈਸਟਿੰਗ ਜਿਹੜੀ ਹੈ ਇਟ ਇਜ਼ ਮੋਰ ਇਨ ਮਾਈ ਕੰਟਰੋਲ ਨਾਓ। ਗ੍ਰੀਨਿੰਗ ਜਿਹੜੀ ਮੈਂ ਸ਼ਹਿਰ ਦੀ ਹਮੇਸ਼ਾ ਚਾਹੁੰਦਾ ਰਿਹਾ ਕਰਾਂ, ਉਹ ਮੇਰੇ ਕੰਟਰੋਲ 'ਚ ਆ ਜਾਏਗੀ। ਸੋ ਮੈਨੂੰ ਤਾਂ ਬੜਾ ਇੱਕ ਸੋਹਣਾ ਫਿਊਚਰ ਜਿਹਾ ਨਜ਼ਰ ਆਉਣਾ ਸ਼ੁਰੂ ਹੋ ਗਿਆ ਜੀ, ਮਿੰਟੋ ਮਿੰਟ ਚੀਜ਼ ਮੈਂ ਚੇਂਜ ਹੋ ਗਿਆ। ਚਲੋ ਬਹੁਤ ਮਿਹਰਬਾਨੀ ਜੀ, ਸਾਡੇ ਲਈ ਸ਼ੁਭ ਸ਼ਾਮਾਂ ਜੀ। ਥੈਂਕ ਯੂ ਸੋ ਮਚ ਜੀ। ਬਿਲਕੁਲ, ਜਿੱਥੋਂ ਤੱਕ ਸ਼ਹਿਰਾਂ ਦਾ ਗੱਲ ਹੈਗੀ ਆ, ਸ਼ਹਿਰ ਨਹੀਂ ਪੰਜਾਬ ਦੀ ਗੱਲ ਹੈਗੀ ਯਾਰ। ਪੰਜਾਬ ਤਰੱਕੀਆਂ ਦੇ ਮਸਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਇਹੀ ਮੰਨਣਾ ਸੀ ਕਿ ਜਿਹੜਾ ਰੰਗਲਾ ਪੰਜਾਬ ਆ ਉਹ ਕੰਗਲਾ ਪੰਜਾਬ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਰੰਗਲਾ ਪੰਜਾਬ ਮੁੜ ਤੋਂ ਸਰਜੀਤ ਹੋਵੇ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਚੰਡੀਗੜ੍ਹ।